सब ज़मीने लोगों तारीफ करो रब दी। प्रेज़ द लॉर्ड। खुदा ਯਿਸੂ ਮਸੀਹ ਦੇ ਪਾਕ ਜ਼ਿੰਦਾ ਜਲਾਲੀ ਯਿਸੂ ਨਾਸਰੀ ਨਾਂ ਦੇ ਵਿੱਚ ਸਾਰਿਆਂ ਨੂੰ ਸਲਾਮ। ਅੱਜ ਤੁਹਾਡੇ ਲਈ ਫਿਰ ਤੁਹਾਡਾ ਬਹੁਤ ਹੀ ਵੈਲਿਊਬਲ ਜੋ ਯਾਦ ਕਰਨ ਵਾਲਾ ਤੇ ਫਾਇਦੇਮੰਦ ਪ੍ਰੋਗਰਾਮ ਫੋਲੋਇੰਗ ਜੀਸਸ ਕ੍ਰਾਈਸਟ, ਉਹਦੇ ਮੈਂ 10 ਜਿਹੜੇ ਕਦਮ ਆ ਸਾਡੇ ਨਜਾਤ ਵੱਲ ਉਹ ਡਿਸਕਸ ਕਰਨ ਜਾ ਰਹੀ ਹਾਂ ਤੁਹਾਡੇ ਨਾਲ। ਸ਼ੁਰੂ ਕਰਦੇ ਹਾਂ। Many people who used to be addicted to drugs, involved in demonic activities, have attended our meetings. People who were lost and hopeless in this world today, after having attended the deliverance services and following these steps, 10 steps to salvation, they're completely free, their lives have changed, they're filled with the presence of Holy Spirit and now faithfully helping us in the work of the Lord. ਬਹੁਤ ਲੋਕੀ ਜਿਹੜੇ ਨਸ਼ਿਆਂ ਦੇ ਵਿੱਚ ਕੈਦ ਸਨ ਤੇ ਜਿਹੜੇ ਹੋਰ ਸ਼ੈਤਾਨ ਦੀਆਂ ਜਿਹੜੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਦੇ ਵਿੱਚ ਬੰਨੇ ਹੋਏ ਸੀ, ਤੇ ਉਹਨਾਂ ਨੇ ਜਦੋਂ ਇੱਥੇ ਆ ਕੇ ਸਾਡੀ ਮੀਟਿੰਗ ਅਟੈਂਡ ਕੀਤੀਆਂ ਜਿਹੜੀਆਂ ਕਿ ਦੁਨੀਆਦਾਰੀ ਦੇ ਵਿੱਚ ਗੁਆਚੇ ਹੋਏ ਸੀਗੇ, ਤੇ ਹੁਣ ਉਹਨਾਂ ਨੂੰ ਰਿਹਾਈ ਮਿਲੀ ਆ, ਪਾਕਰੂ ਦਾ ਮੱਸਾ ਵੀ ਮਿਲਿਆ ਤੇ ਅੱਜ ਉਹ ਦੁਨੀਆ ਦੇ ਵਿੱਚ ਖੁਦਾ ਦਾ ਕੰਮ ਕਰਕੇ ਉਹਦੀ ਮੁਨਾਦੀ ਵੀ ਕਰ ਰਿਹਾ ਐਂਡ ਉਹ ਖੁਦਾ ਦੇ ਵਿੱਚ ਲਈ ਉਹ ਬਰਕਤਬਾਜ਼ ਬਣ ਰਿਹਾ। Step 1, truly accepted the Lord Jesus as the Holy Savior. Accepting Jesus as Lord and Savior is much more than a simple intellectual decision. To accept in the biblical sense means to believe, trust and follow. Many say they have accepted Jesus, however they maintain their belief in other gods and have failed to place their faith totally in Him. They say they accept Jesus, but they also say all religion lead to God. They submit to spirit and ideals and put their trust in Him. Then they say God is good, but the devil is also not too bad. They act exactly as Satan wants them to do. ਪਹਿਲਾ ਜਿਹੜਾ ਕਦਮ ਆ ਉਹ ਹੈਗਾ ਆ ਕਿ ਜਦੋਂ ਨਜਾਤ ਦਹਿੰਦਾ ਦੇ ਉੱਤੇ ਪੂਰੀ ਤਰ੍ਹਾਂ ਯਕੀਨ ਕਰਕੇ ਉਸ ਨੂੰ ਮੰਨਣਾ, ਤੇ ਫਿਰ ਉਹ ਤਰੀਕਾ ਜਿਹੜਾ ਆ ਉਹ ਸਾਨੂੰ ਸਿੱਧਾ ਤੇ ਸਾਫ਼ ਤੇ ਇੱਕ ਅਕਲਮੰਦ ਫੈਸਲਾ ਜਿਹੜਾ ਆ ਉਹ ਕਰਨ ਲਈ ਕਹਿੰਦਾ ਆ। ਜਦੋਂ ਅਸੀਂ ਉਸ ਅਕਲਮੰਦ ਫੈਸਲੇ ਨੂੰ ਅਸੀਂ ਕਲਾਮ ਬਾਈਬਲ ਮੁਤਾਬਿਕ ਅਸੀਂ ਉਹਨੂੰ ਮੰਨ ਲੈਂਦੇ ਹਾਂ, ਉਹਦੇ 'ਤੇ ਯਕੀਨ ਕਰਦੇ ਹਾਂ ਤੇ ਫਿਰ ਉਹ 'ਤੇ ਭਰੋਸਾ ਕਰਕੇ ਉਹਨੂੰ ਅੱਗੇ ਫੋਲੋ ਕਰਦੇ ਹਾਂ, ਤਾਂ ਫਿਰ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਜਿਹੜੇ ਦੂਜੇ ਉਸੇ ਤਰ੍ਹਾਂ ਦੇ ਯਕੀਨ ਕਰਵਾਉਣ ਵਾਲੀਆਂ ਚੀਜ਼ਾਂ, ਚਾਹੇ ਉਹ ਬੁੱਤ ਪ੍ਰਸਤੀ ਹੋਏ, ਚਾਹੇ ਉਹ ਚੀਜ਼ਾਂ ਦੀ ਬੁੱਤ ਪ੍ਰਸਤੀ ਹੋਏ, ਜਾਂ ਆਪਣੇ ਹੋਰ ਗਲਤ ਫਲਤ ਜਿਹੜੇ ਤੁਹਾਡੇ ਐਕਸ਼ਨ ਜ਼ਿੰਦਗੀ ਦੇ ਉਹਨਾਂ ਦੀ, ਉਹਦੇ ਤੋਂ ਕਿਨਾਰਾ ਕਰਕੇ ਉਹਨੂੰ ਨਾ ਕਹਿਣਾ ਪਏਗਾ। ਨਹੀਂ ਤਾਂ ਫਿਰ ਕੀ ਹੁੰਦਾ ਹੈ ਕਿ ਅਸੀਂ ਕਹਿੰਦੇ ਕਿ ਹਾਂ ਖੁਦਾ ਬਹੁਤ ਚੰਗਾ ਹੈ ਪਰ ਸ਼ੈਤਾਨੀ ਕੰਮ ਵੀ ਇੰਨੇ ਮਾੜੇ ਨਹੀਂ, ਤਾਂ ਫਿਰ ਅਸੀਂ ਕੀ ਕਰਦੇ ਹਾਂ, ਸ਼ੈਤਾਨ ਦੇ ਹੀ ਉਹਨਾਂ ਕੰਮਾਂ ਤੇ ਉਸ ਤਰੀਕੇ ਦੇ ਨਾਲ ਕਰਦੇ ਜਿਸ ਤਰ੍ਹਾਂ ਉਹ ਚਾਹੁੰਦਾ ਹੈ, ਤੇ ਸਾਨੂੰ ਪਤਾ ਵੀ ਨਹੀਂ ਹੁੰਦਾ। Such people will not be delivered as long as they have access to Satan when they behave this way, because God is not a God of confusion. A true follower of Jesus cannot waver between yes and no. He cannot hesitate between two different thoughts. Such indecision is unacceptable to God's eyes. No one can dwell in both light and darkness at the same time, because either the light will drive away the darkness or the darkness will smother the light. ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਜਦੋਂ ਅਸੀਂ ਖੁਦਾ ਦੀ ਹਜ਼ੂਰੀ ਦੇ ਵਿੱਚ ਆ ਗਏ ਹਾਂ, ਤੇ ਪਰ ਅਸੀਂ ਦੂਸਰੇ ਵੀ ਜਿਹੜੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਸ਼ੈਤਾਨੀ ਕੰਮ ਵੀ ਕੋਈ ਐਵੇਂ ਕਦੀ ਕਦੀ ਮੂਵੀ ਦੇਖ ਲੈਣਾ, ਜਾਂ ਕਦੀ ਕਦੀ ਗਲਤ ਦੋਸਤਾਂ ਨਾਲ ਤੁਰ ਪੈਣਾ, ਜਾਂ ਕਦੀ ਕਦੀ ਝੂਠ ਬੋਲ ਦੇਣਾ, ਜਾਂ ਚੁਗਲੀ ਕਰ ਦੇਣੀ, ਜਾਂ ਕਿਸੇ ਨੂੰ ਪੈਸੇ ਲੈ ਕੇ ਨਾ ਮੁੜਨੇ, ਤਾਂ ਇਹ ਕੰਮ ਵੀ ਅਸੀਂ ਇੰਨੇ ਮਾੜੇ ਨਹੀਂ ਆ ਜਦੋਂ ਅਸੀਂ ਸੋਚਦੇ। ਤਾਂ ਫਿਰ ਅਸੀਂ ਕੀ ਕਰਦੇ ਹਾਂ, ਅਸੀਂ ਆ ਕੇ ਦੁਰਾਹੇ ਦੇ ਵਿੱਚ ਖੜੇ ਹੋ ਜਾਂਦੇ ਹਾਂ। ਤੇ ਖੁਦਾ ਜਿਹੜਾ ਹੈ, ਕਿਉਂਕਿ ਉਹ ਸੱਚਾਈ ਦਾ ਖੁਦਾ ਆ, ਉਹ ਦੁਰਾਹੇ ਦਾ ਖੁਦਾ ਨਹੀਂ, ਉਹ ਕਨਫਿਊਜ਼ਨ ਦਾ ਖੁਦਾ ਨਹੀਂ, ਤੇ ਉਹ ਸਾਨੂੰ ਦੋ ਖਿਆਲਾਂ ਦੇ ਵਿੱਚ ਜਿਹੜੇ ਉਲਝੇ ਹੋਏ ਦੇਖ ਕੇ ਤੇ ਉਹਨੂੰ ਉਹ ਜਿਹੜੇ ਸੁਲਝੇ ਹੋਏ ਲੋਕੀ ਆ ਉਹਨਾਂ ਦੀ ਮਦਦ ਕਰਨ ਲਈ ਉਹਨਾਂ ਦੇ ਨਾਲ ਤੁਰ ਪੈਂਦਾ। ਕਿਉਂ? ਜਿਹੜਾ ਚਾਨਣੀ ਆ
ਉਹ ਹਨੇਰੇ ਨੂੰ ਬੁਝਾ ਦਿੰਦੀ ਆ, ਤੇ ਜੇ ਹਨੇਰਾ ਤੇ ਚਾਨਣੀ ਇੱਕੋ ਜਗ੍ਹਾ ਦੇ ਉੱਤੇ ਨਹੀਂ ਟਿਕ ਸਕਦੇ, ਇਸੇ ਤਰ੍ਹਾਂ ਅਸੀਂ ਖੁਦਾ ਤੇ ਜਿਹੜਾ ਸ਼ੈਤਾਨ ਉਹਦੇ ਦੋਨਾਂ ਦੇ ਰਾਵਾਂ ਨੂੰ ਨਹੀਂ ਅਪਣਾ ਸਕਦੇ. Accepting Jesus Christ entail abandoning our old life, turning away from evil, submitting to the Lord Jesus through his words, denying ourselves, taking up our cross and follow. A person actually does this, he is ready to overcome anything. 1,000 problems may come, yet the true Christian will prevail. His struggle may be against the entire world, but even that will not be too difficult for him. ਖੁਦਾ ਨੂੰ ਮੰਨਣਾ ਤੇ ਖੁਦਾ ਨੂੰ ਮੰਨਣ ਦੀ ਕੋਸ਼ਿਸ਼ ਕਰਨਾ ਤੇ ਖੁਦਾ ਨੂੰ ਮੰਨਣ ਦੇ ਬਾਰੇ 'ਚ ਸੋਚਣਾ, ਇਹ ਤਿੰਨ ਅਲੱਗ-ਅਲੱਗ ਗੱਲਾਂ ਨੇ. ਜਦੋਂ ਅਸੀਂ ਸੱਚੀ ਮੁੱਚੀ ਉਹਦੇ ਨਾਲ ਤੁਰਨਾ ਸ਼ੁਰੂ ਕਰ ਦਿੰਦੇ ਕਿਉਂਕਿ ਫੋਲੋਇੰਗ ਦੀ ਸਟੈਪਸ ਆਫ ਜੀਸਸ ਕ੍ਰਾਈਸਟ ਆ, ਤੁਸੀਂ ਫਿਰ ਸ਼ੈਤਾਨ ਤੋਂ ਖੁਦਾ ਵਾਲੇ ਪਾਸੇ ਨੂੰ ਮੁੜ ਜਾਂਦੇ ਆ, ਤੇ ਜਿਹੜੀ ਤੁਹਾਡੀ ਖੁਦਾ ਦੇ ਰਾਹੀਂ ਜ਼ਿੰਦਗੀ ਆ ਉਹ ਤੁਹਾਡੀਆਂ ਆਪਣੀਆਂ ਆਦਤਾਂ ਨੂੰ, ਤੁਹਾਡੇ ਆਪਣੇ ਪੁਰਾਣੇ ਸੁਭਾਅ ਨੂੰ, ਵਤੀਰੇ ਨੂੰ ਤੇ ਉਹ ਨੂੰ ਤੁਸੀਂ ਇਨਕਾਰਦੇ ਆ, ਤੇ ਤੁਸੀਂ ਫਿਰ ਆਪਣਾ ਕ੍ਰੋਸ ਚੱਕ ਕੇ ਆਪਣੀ ਜ਼ਿੰਦਗੀ ਨੂੰ ਖੁਦਾ ਦੇ ਪਿੱਛੇ ਪਿੱਛੇ ਤੋਰਦੇ ਆ, ਤੇ ਇਹ ਤੁਹਾਨੂੰ ਤੁਹਾਡੀ ਜ਼ਿੰਦਗੀ 'ਚ ਫਿਰ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਹੀਂ ਜਿਹਦਾ ਤੁਸੀਂ ਟਾਕਰਾ ਨਾ ਕਰ ਸਕੋ. ਇਹ ਉਹ ਵਕਤ ਹੈਗਾ ਕਿ ਭਾਵੇਂ 1000 ਤੁਹਾਡੇ ਇਸ ਪਾਸੇ ਡਿੱਗਣ ਤੇ 10,000 ਇਸ ਪਾਸੇ ਡਿੱਗਣ, ਪਰ ਖੁਦਾ ਤੁਹਾਨੂੰ ਹਿੰਮਤ ਦਿੰਦਾ ਕਿ ਤੁਸੀਂ ਉਹਦੇ ਵਿੱਚੋਂ ਲੰਘ ਸਕੋ. ਇਹ ਜਿਹੜੀ ਸਾਰੀ ਦੁਨੀਆ ਵੀ ਤੁਹਾਡੇ ਖਿਲਾਫ ਹੋ ਜਾਵੇ ਤਾਂ ਤੁਹਾਡੇ ਲਈ ਔਖਾ ਨਹੀਂ ਹੋਏਗਾ ਫੈਸਲਾ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਚੱਲਣਾ. Imagine yourself in a stormy sea where your boat is sinking and there's nothing around for it to grab hold, or suddenly someone comes along with a large boat and stretches out his hand. You naturally grab hold of the hand, then you knew that those hands actually who it was. You would be forgiven, grateful to the person, you would be forever. Who in the moment to despair, when death was all around, rescue you and saved your life. This is what the Lord Jesus does for us through thou. We may not know him well, his hand is outstretched to save us from death. Accept him as savior, his hand is outstretched to release you from all evil and to give you total freedom. ਇੱਥੇ ਆ ਕਿ ਅਗਰ ਤੁਹਾਡੀ ਜਿਹੜੀ ਜ਼ਿੰਦਗੀ ਦੀ ਨਈਆ ਬੇੜੀ ਉਹ ਮਝਧਾਰ ਦੇ ਵਿੱਚ ਪਾਣੀ ਦੇ ਵਿੱਚ ਡੁੱਬ ਰਹੀ ਹੋਵੇ ਤੇ ਅਚਾਨਕ ਉਹਦੇ ਵਿੱਚ ਸਾਰਾ ਹੀ ਪਾਣੀ ਭਰ ਗਿਆ ਹੋਵੇ, ਪਰ ਫਿਰ ਤੁਸੀਂ ਦੇਖਿਆ ਕਿ ਇੱਕ ਹੱਥ ਜਿਹੜਾ ਹੈ ਉਹ ਆ ਕੇ ਉਸ ਬੇੜੀ ਦੇ ਵਿੱਚੋਂ ਤੁਹਾਨੂੰ ਫੜ ਲੈਂਦਾ ਹੈ ਤੇ ਫੜ ਕੇ ਬਾਹਰ ਖਿੱਚ ਲੈਂਦਾ ਹੈ, ਤੇ ਤੁਹਾਨੂੰ ਪਤਾ ਹੈ ਕਿ ਮੌਤ ਤੁਹਾਡੇ ਉੱਤੇ ਜੁੰਬਸ਼ ਕਰ ਰਹੀ ਸੀ, ਇੰਨਾ ਨੇੜੇ ਸੀ ਤੁਹਾਡੇ, ਤੇ ਪਰ ਕਿਸੇ ਜ਼ਿੰਦਗੀ ਵਾਲੇ ਨੇ, ਜ਼ਿੰਦਗੀ ਦੇ ਪਾਣੀ ਨੇ ਤੁਹਾਨੂੰ ਫੜਿਆ ਤੇ ਫੜ ਕੇ ਬਚਾ ਲਿਆ. ਤੇ ਉਹ ਵੇਲਾ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ. ਐਗਜ਼ੈਕਟਲੀ ਉਹੀ ਕੰਮ ਖੁਦਾਵੰਦ ਯਿਸੂ ਮਸੀਹ ਸਾਡੇ ਨਾਲ ਕਰਦਾ ਹੈ, ਤੇ ਮਤਲਬ ਸਾਡੀਆਂ ਜ਼ਿੰਦਗੀਆਂ ਨੂੰ ਬਚਾਉਣ ਦਾ, ਕਿ ਜਿਹੜੀ ਹਮੇਸ਼ਾ ਦੀ ਫਰੀडम ਦੇਣ ਵਾਸਤੇ. ਹੁਣ ਇੱਥੇ ਦੂਸਰਾ ਜਿਹੜਾ ਕਦਮ ਹੈ ਉਹਦਾ ਦੇਖਣ ਜਾ ਰਹੇ ਹਾਂ ਕਿ ਆਹ ਤਾਂ ਪਹਿਲਾ ਸਟੈਪ ਅਸੀਂ ਲੈ ਲੈਣਾ. Regularly attend the meetings for deliverance. Participation in the meetings of deliverance is very important for those who sincerely want to have a new life far from the influence of evil spirits. Certain demons do not leave a person's life just because he or she attends service or to church. Some catch people when they are out in the street or even in their own homes. In some cases, a person may be disputed by 100 of demons who fight to possess him. ਹੁਣ ਅਸੀਂ ਇੱਥੇ ਦੇਖਦੇ ਹਾਂ ਕਿ ਜਿਹੜਾ ਦੂਸਰਾ ਕਦਮ ਹੈ ਉਹ ਇਹ ਕਹਿੰਦਾ ਹੈ ਕਿ ਕੱਲਾ ਸਿਰਫ ਆ ਕੇ ਚਰਚ ਵਿੱਚ ਆ ਕੇ ਤੇ ਇੱਕ ਸਰਵਿਸ ਦਾ ਹਿੱਸਾ ਬਣ ਜਾਣਾ ਕਾਫੀ ਨਹੀਂ ਹੈਗਾ. ਉਹਦੇ ਵਿੱਚ ਆ ਕੇ ਆਪਣੇ ਅੰਦਰੋਂ ਜਿਹੜੀਆਂ ਬੁਰੀਆਂ ਆਦਤਾਂ ਆ ਉਹਨਾਂ ਦਾ ਮੱਥਾ ਟੇਕਣਾ, ਢੇਰੀ ਕਰਨਾ, ਗਿਰ ਜਾਣਾ. ਗਿਰਜੇ ਦਾ ਮਤਲਬ ਹੈ ਗਿਰਜਾ, ਤੇ ਜਦੋਂ ਤੁਸੀਂ ਉਹਦੇ ਮੂਹਰੇ ਗਿਰ ਕੇ ਉਹਨਾਂ ਸਾਰੀਆਂ ਜਿਹੜੀਆਂ ਬੁਰੀਆਂ ਆਦਤਾਂ ਆ ਉਹਨਾਂ ਨੂੰ ਛੱਡ ਕੇ ਤੇ ਤੁਸੀਂ ਉਹਨਾਂ ਦੇ ਬਦਲੇ ਦੇ ਵਿੱਚ ਖੁਦਾ ਦੇ ਕੋਲੋਂ ਖੁਦਾ ਦੀ ਮਰਜ਼ੀ, ਉਹਦੀ ਮਰਜ਼ੀ ਜਿਹੜੀ ਆ ਉਹ ਚੁੱਕ ਕੇ ਆਪਣੇ ਅੰਦਰ ਜਿਹੜਾ ਉਹ ਲੈਂਦੇ ਆ, ਤੇ ਫਿਰ ਤੁਸੀਂ ਤਾਕਤ ਰੱਖ ਲੈਂਦੇ ਆ ਕਿ ਭਾਵੇਂ ਤੁਹਾਨੂੰ ਹਜ਼ਾਰਾਂ ਦੇ ਰੂਪ ਦੇ ਵਿੱਚ ਬੁਰੀਆਂ ਆਦਤਾਂ, ਬੁਰੀਆਂ ਵਹਿਬਤਾਂ, ਬੁਰੀਆਂ એનર્ਜੀ ਫੜਨ ਦੀ ਕੋਸ਼ਿਸ਼ ਕਰਨ, ਤੁਸੀਂ ਉਹਦੀ ਮਰਜ਼ੀ ਦੇ ਰਾਹੀਂ ਸਾਰਿਆਂ ਨੂੰ ਤੁਸੀਂ ਮਾਰ ਕੇ ਭਜਾ ਕੇ ਤੇ ਉਹਦੇ ਵਿੱਚੋਂ ਖੁਦਾ ਦੇ ਕੰਮ ਲਈ ਬਾਹਰ ਨਿਕਲ ਸਕਦੇ ਆ. Beware that the devil will never accept defeat in battle. He will always seek revenge and look for a way to crawl back into the person's life. This is one of the main reasons why regular participation in the church's deliverance meeting is also important for those who want total freedom.
ਇਹ ਕਿ ਸ਼ੈਤਾਨ ਜਿਹੜਾ ਉਹ ਬੜੀ ਜਲਦੀ ਨਾਲ ਤੁਹਾਡੇ ਕੋਲ ਤੁਹਾਨੂੰ ਖੜਾ ਨਹੀਂ ਛਡਾਉਣ ਦੇਗਾ। ਉਹ ਕਿਸੇ ਨਾ ਕਿਸੇ ਦੇ ਰਾਹੀਂ, ਚਾਹੇ ਤੁਹਾਡੇ ਹਸਬੈਂਡ ਦੀ ਕਿਸੇ ਆਦਤ ਦੇ ਰਾਹੀਂ, ਚਾਹੇ ਤੁਹਾਡੇ ਮਾਪਿਓ ਦੀ ਕਿਸੇ ਹੋਰ ਰਿਚੁਅਲ, ਮਤਲਬ ਜਿਹੜੀ ਘਰ ਬਾਰ ਦੀਆਂ ਰੀਤਾਂ ਹੁੰਦੀਆਂ, ਰਿਵਾਜ਼ਾਂ, ਉਹਨਾਂ ਦੇ ਰਾਹੀਂ, ਜਾਂ ਫਿਰ ਤੁਹਾਡੇ ਹੋਰ ਜ਼ਿੰਦਗੀ ਦੇ ਤੁਹਾਡੇ ਪਹਿਰਾਵੇ ਰਾਹੀਂ ਤੁਹਾਡੇ ਕੋਲ ਆਉਣ ਦੀ ਕੋਸ਼ਿਸ਼ ਜ਼ਰੂਰ ਕਰੂਗਾ। ਪਰ ਜਦੋਂ ਤੁਸੀਂ ਖੁਦਾ ਦੇ ਸਾਹਮਣੇ ਜਾ ਕੇ ਆਪਣੇ ਆਪ ਨੂੰ ਢੇਰੀ ਕਰਨਾ ਹੈ, ਗਿਰ ਜਾਣਾ ਹੈ, ਤੇ ਫਿਰ ਤੁਸੀਂ ਉਹ ਵਕਤ ਤੁਸੀਂ ਅਪਣਾ ਸਕਦੇ ਆ ਕਿ ਕਿਸ ਤਰ੍ਹਾਂ ਤੁਸੀਂ ਖੁਦਾ ਦੇ ਸਾਹਮਣੇ ਜੋ ਤੁਹਾਡੇ ਕੋਲ ਹੋਇਆ ਉਹਨੂੰ ਕਹਿ ਕੇ ਐਕਸੈਪਟ ਕਰਨਾ ਹੈ, ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਹੈ, ਤੇ ਤੁਸੀਂ ਫਿਰ ਕੀ ਕਰਨਾ, ਆਪਣੇ ਆਪ ਨੂੰ ਉਹਦੇ ਹਵਾਲੇ ਕਰਨਾ, ਤੇ ਤੁਹਾਨੂੰ ਫਿਰ ਟੋਟਲ ਫਰੀडम ਜਿਹੜੀ ਆ ਖੁਦਾ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਬਰਕਰਾਰ ਰੱਖਣ ਦੀ ਕੁਦਰਤ ਰੱਖਦਾ ਹੈ। ਤੀਸਰਾ ਕਦਮ ਅਸੀਂ ਜਿਹੜਾ ਦੇਖਣ ਜਾ ਰਹੇ, ਸੀਕ ਦ ਬੈਪਟਿਜ਼ਮ ਇਨ ਦ ਹੋਲੀ ਸਪਿਰਿਟ। ਮੈਨ ਵਾਸ ਡਿਜ਼ਾਈਨਡ by God to be a temple of the Holy Spirit, yet because of this rebellion man gives the control of his body, mind and soul over to evil spirits. However, the Lord is ready to give his spirit to those who seek him. The baptism in the Holy Spirit can be seen as a second blessing, for it's normally occur soon after the person is saved, after surrendering his life to Jesus and being set free. You should diligently seek this baptism. ਜਿਹੜਾ ਤੀਸਰਾ ਸਟੈਪ ਅਸੀਂ ਇੱਥੇ ਦੇਖ ਰਹੇ ਹਾਂ ਕਿ ਪਾਕ ਰੂ ਜਿਹੜੀ ਆ, ਸਾਡੇ ਡਿਜ਼ਾਈਨ ਇਸ ਤਰ੍ਹਾਂ ਕੀਤਾ ਗਿਆ ਕਿ ਸਾਡਾ ਸਰੀਰ ਆ, ਸਾਡਾ ਜਿਹੜਾ ਜਿਸਮ ਆ, ਇਹ ਪਾਕ ਰੂ ਦਾ ਮੰਦਿਰ ਹੋਵੇ। ਤੇ ਕਿਉਂਕਿ ਜਿਹੜਾ ਸ਼ੈਤਾਨ ਆ ਉਹ ਰਿਬੈਲੀਅਸ ਸੀ, ਤੇ ਉਹ ਕੀ ਕਰਦਾ ਆ, ਉਹ ਸਾਡੇ ਜਿਸਮ ਨੂੰ, ਜੇ ਅਸੀਂ ਨਹੀਂ ਉਹਨੂੰ ਖੁਦਾ ਦੇ ਲਈ ਢਹਿ ਕਰਦੇ, ਉਹਨੂੰ ਨਹੀਂ ਦਿੰਦੇ, ਤੇ ਉਹ ਆਪਣੀਆਂ ਜਿਹੜੀਆਂ ਹਜ਼ਾਰਾਂ ਜਿਹੜੀਆਂ ਬੁਰੀਆਂ ਆਦਤਾਂ ਵੈਬਤਾਂ ਦੇ ਦੁਆਰਾ ਕੀ ਕਰਦਾ, ਉਹਨੂੰ ਸਾਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ, ਸਾਡੀ ਮਾਈਂਡ ਨੂੰ, ਸਾਡੇ ਜਿਹੜੇ ਦਿਲ ਨੂੰ, ਦਿਮਾਗ ਨੂੰ ਕੋਸ਼ਿਸ਼ ਕਰਦਾ। ਤੇ ਸਾਨੂੰ ਉਹਦੇ ਬਦਲੇ ਦੇ ਵਿੱਚ ਕੀ ਆ ਕਿ ਜਦੋਂ ਅਸੀਂ ਖੁਦਾ ਦੇ ਕੋਲੋਂ ਮੰਗਦੇ ਆ ਕਿ ਸਾਨੂੰ ਇੱਥੋਂ ਛੁਟਕਾਰਾ ਦੇ, ਤੇ ਅਸੀਂ ਤੈਨੂੰ ਮੰਗਦੇ, ਤੇ ਉਹ ਹਰ ਵਕਤ ਰੈਡੀ ਆ ਸਾਨੂੰ ਸਾਡੀ ਮਦਦ ਦੇ ਕੇ ਸਾਡੇ ਅੰਦਰ, ਸਾਡੇ ਉੱਤੇ ਆਪਣੀ ਪ੍ਰੈਜ਼ੈਂਸ ਸਾਡੇ ਉੱਤੇ ਡੋਲਣ ਲਈ। ਤੇ ਇਹਦੇ ਲਈ ਇਹਦਾ ਅਹਿਮ ਪਾਰਟ ਜਿਹੜਾ ਉਹ ਅਦਾ ਕਰਦਾ ਹੈ ਜਦੋਂ ਅਸੀਂ ਰੂਹ ਦਾ ਬਪਤਿਸਮਾ ਲੈ ਲੈਂਦੇ। ਤੇ ਰੂਹ ਦਾ ਬਪਤਿਸਮਾ ਉਹ ਹੈ ਜਦੋਂ ਅਸੀਂ ਹਰ ਵੇਲੇ ਆਪਣੇ ਆਪ ਨੂੰ, ਆਪਣੀਆਂ ਆਦਤਾਂ ਨੂੰ ਉਹਦੇ ਵਿੱਚ ਡੁਬੋਣ ਦੀ ਕੋਸ਼ਿਸ਼ ਕਰਦੇ ਹਾਂ, ਉਹਦੇ ਵਿੱਚ ਭਿਉਣ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ ਮੈਨੂੰ ਮੇਰਾ ਇੱਕ ਗੀਤ ਦੇ 2 ਲਾਈਨ ਯਾਦ ਆਈ ਜਿਹੜੇ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰੂੰਗੀ। ਅਸੀਂ ਤਾਂ ਯਿਸੂ ਦੇ ਗਏ ਹੋਵੇ ਲੋਕਾ, ਅਸੀਂ ਤਾਂ ਯਿਸੂ ਦੇ ਗਏ ਹੋਵੇ ਲੋਕਾ, ਯਿਸੂ ਲਿਆ ਹੱਥਾਂ 'ਚ ਲਕੋਵੇ ਲੋਕਾ, ਅੱਜ ਇਹਨੂੰ ਯਿਸੂ 'ਚ ਡੁਬੋਵੇ ਲੋਕਾ, ਅਸੀਂ ਤਾਂ ਯਿਸੂ ਦੇ ਗਏ ਹੋਵੇ ਲੋਕਾ। ਮੈਂ ਤੁਹਾਨੂੰ ਇਹ ਕਿਹਾ ਦੂਸਰੇ ਲਫ਼ਜ਼ਾਂ 'ਚ ਕਿ ਆਪਣੀ ਜਿਹੜੀ ਜ਼ਿੰਦਗੀ ਆ ਉਹਨੂੰ ਯਿਸੂ ਦੇ ਵਿੱਚ ਡੁਬੋ ਦੇ, ਬਿਲਕੁਲ ਭਿਉਂ ਦੇ, ਨਹੀਂ ਤੇ ਕੀ ਕਰੇਗਾ ਸ਼ੈਤਾਨ, ਤੁਹਾਡੇ ਸਰੀਰ, ਤੁਹਾਡੀ ਸੋਚ ਸਮਝ, ਹਰ ਚੀਜ਼ ਦੇ ਉੱਤੇ ਕੀ ਕਰੇਗਾ, ਕਬਜ਼ਾ ਲੈਣ ਦੀ ਕੋਸ਼ਿਸ਼ ਕਰੇਗਾ। ਸਟੈਪ ਨੰਬਰ 4 ਅਸੀਂ ਦੇਖਦੇ ਹਾਂ ਕਿ walk in holiness. The word holy means it's simplest defined separate. No one can expect to be free from Satan and his demons if he obey his own will. Those who wish to serve God must live according to his will. John say the man who is in Christ must walk just like Jesus walked. Therefore a person who wants to follow Jesus must behave in holy and blameless way. ਇੱਥੇ ਹੈ ਕਿ ਚੌਥਾ ਜਿਹੜਾ ਕਦਮ ਹੈ ਉਹਦੇ ਵਿੱਚ ਹੈ ਕਿ ਸਾਨੂੰ ਹੋਲੀ ਦਾ ਮਤਲਬ ਹੈਗਾ ਆ ਕਿ ਸਿੰਪਲੀ ਉਹਦੀ ਡੈਫੀਨੇਸ਼ਨ ਹੈ ਕਿ ਵੱਖਰਿਆਂ ਕਰਨਾ। ਉਹ ਜਦੋਂ ਸ਼ੈਤਾਨ ਤੇ ਉਹਦੇ ਜਿਹੜੇ ਹੈਗੇ ਆ ਬੁਰੀਆਂ ਸ਼ਕਤੀਆਂ, ਡੀਮਨਸ, ਤੁਸੀਂ ਉਹਨਾਂ ਤੋਂ ਪਰੇ ਕਰਨ ਲਈ ਆਪਣੀ ਮਰਜ਼ੀ ਜਿਹੜੀ ਆ ਉਹਦਾ ਕਲਵਾਨ ਕਰਨ ਲਈ, ਬਲੀਦਾਨ ਕਰਨ ਲਈ ਖੁਦਾ ਦੀ ਮਰਜ਼ੀ ਜਿਹੜੀ ਆ ਉਹਨੂੰ ਤੁਹਾਨੂੰ ਪਹਿਨਣਾ ਪਏਗਾ। ਤੇ ਜਦੋਂ ਤੁਸੀਂ ਖੁਦਾ ਦੀ ਮਰਜ਼ੀ ਅਪਣਾ ਲਈ ਆ ਤੇ ਤੁਸੀਂ ਖੁਦਾ ਵਾਂਗੂ ਚੱਲੋਗੇ। ਤੇ ਜਿਹੜਾ ਇਸੇ ਕਰਕੇ ਉਹਨੇ ਕਿਹਾ ਕਿ ਜਿਹੜਾ ਮੇਰਾ ਬੰਦਾ ਆ ਉਹ ਮੇਰੇ ਰਾਹਾਂ ਤੇ ਚੱਲੇ ਤੇ ਉਹਦਾ ਸੁਭਾਅ ਮੇਰੇ ਸੁਭਾਅ ਵਰਗਾ ਹੋਣਾ ਚਾਹੀਦਾ ਆ, ਤੇ ਤਾਂ ਕਿ ਉਹਦੇ ਉੱਤੇ ਵੀ ਕੋਈ ਦੋਸ਼ ਨਾ ਆ ਸਕੇ। ਤੇ ਇੱਥੇ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਮ 115 ਆ ਉਹਦਾ 105ਵਾਂ ਜਿਹੜੀ ਲਾਈਨ ਆ ਉਹ ਤੁਸੀਂ ਪੜ੍ਹ ਸਕਦੇ ਆ। The world is a lamp to my feet and a light to my path. If you really want salvation, serve all several ties with the devil, hold your head up high and be unashamed and your own choice and will submit yourself to God. ਇੱਥੇ ਕਿਹਾ ਹੈ ਕਿ ਜਿਹੜਾ
ਮਤਲਬ ਮੇਰਾ ਜਿਹੜਾ ਵਚਨ ਹੈ ਖੁਦਾਵੰਦ ਕਹਿੰਦਾ ਉਹ ਤੁਹਾਡੇ ਲਈ ਕੀ ਹੋਏਗਾ, ਰੋਸ਼ਨੀ, ਤੇ ਜੇ ਤੁਹਾਡੇ ਰਾਹਾਂ ਲਈ ਕੀ ਹੋਏਗਾ, ਚਿਰਾਗ। ਤੇ ਫਿਰ ਤੁਸੀਂ ਕੀ ਕਰੋਗੇ, ਤੁਸੀਂ ਕਿਉਂ ਜੋ ਮੇਰੇ ਵਚਨ ਨੂੰ ਘੁੱਟ ਕੇ ਫੜਿਆ ਹੋਇਆ, ਤੁਸੀਂ ਸ਼ੈਤਾਨ ਦੇ ਪਿੱਛੇ ਮਤਲਬ ਬੈਕ ਕਰਕੇ ਤੁਸੀਂ ਉਹਨੂੰ ਘੁੱਟ ਕੇ ਫੜ ਕੇ ਤੁਸੀਂ ਸ਼ਰਮਿੰਦਗੀ ਦੇ ਨਾਲ ਤੁਸੀਂ ਚੁਣ ਕੇ ਖੁਦਾਵੰਦ ਦੀ ਮਰਜ਼ੀ ਤੇ ਆਪਣੀ ਮਰਜ਼ੀ ਜਿਹੜੀ ਹੈ ਉਹਨੂੰ ਸ਼ੈਤਾਨ ਦੇ ਨਾਲ ਹੀ ਦਫਨ ਕਰਕੇ ਤੁਸੀਂ ਆਪਣਾ ਆਪ ਖੁਦਾ ਨੂੰ ਜਦੋਂ ਦੋਗੇ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਤੁਰੇ ਜਾਓਗੇ। ਤੁਸੀਂ ਫਿਰ ਕਿਸੇ ਵੀ ਤਰ੍ਹਾਂ ਕੋਈ ਵੀ ਰੁਕਾਵਟ ਤੁਹਾਨੂੰ ਨਹੀਂ ਰੋਕ ਪਾਓਗੇ। ਇਟਸ ਇੰਪੋਰਟੈਂਟ ਐਂਡ ਇਟਸ ਵੈਰੀ ਇੰਪੋਸੀਬਲ ਟੂ ਹੈਵ ਅ ਪਰਫੈਕਟ ਕਮਿਊਨੀਅਨ with God without knowing His holy will. When Jesus trumped over the devil, He did it using the word of God, which is the sword of the Holy Spirit. When we use His faith, nothing in this world can defeat us. If it has the power to reach into our innermost parts, then separating soul and spirit, joints and marrows. When a servant of God uses it in the name of Lord Jesus Christ, it produces extremely extraordinary good results. ਅਤੇ ਕਿਹਾ ਹੈ ਕਿ ਖੁਦਾ ਦੀ ਮਰਜ਼ੀ ਤੋਂ ਬਗੈਰ ਜਿਹੜੀ ਉਹਦੀ ਖੁਦਾ ਦੀ ਮਰਜ਼ੀ ਤੋਂ ਬਗੈਰ ਆਪਣੇ ਆਪ ਨੂੰ ਉਹਦੇ ਰਾਹਾਂ ਤੇ ਤੋਰਨਾ ਬਹੁਤ ਔਖਾ ਹੈ। ਤੁਸੀਂ ਬਲਕਿ ਇੰਪੋਸੀਬਲ ਹੀ ਆ, ਸੌਖਾ ਨਹੀਂ ਹੈਗਾ। ਤੇ ਪਰ ਜਦੋਂ ਤੁਸੀਂ ਉਹਦੀ ਮਰਜ਼ੀ ਨੂੰ ਚੱਲਦੇ ਆਪਣੇ ਆਪ ਨੂੰ ਉਹਦੇ ਉੱਤੇ ਤੋਰ ਲੈਂਦੇ ਆ ਤਾਂ ਫਿਰ ਤੁਹਾਨੂੰ ਕੀ ਹੁੰਦਾ, ਤੁਹਾਨੂੰ ਇੱਕ ਤਲਵਾਰ ਜਿੰਨੀ ਤਿੱਖੀ ਤਾਕਤ ਤੁਹਾਨੂੰ ਮਿਲਦੀ ਆ ਜਿਹੜੀ ਕਿ ਤੁਹਾਡੀ ਰੂਹ ਨੂੰ ਤੇ ਤੁਹਾਡੀ ਜਿਹੜੀ ਆ ਤੁਹਾਡੀ ਅਕਲ ਨੂੰ ਉਹਨਾਂ ਨੂੰ ਅਲੱਗ-ਅਲੱਗ ਕਰ ਦਿੰਦੀ ਆ। ਤੇ ਤੁਸੀਂ ਉਹਦੀ ਮਰਜ਼ੀ ਦੇ ਉੱਤੇ ਜਦੋਂ ਤੁਰਦੇ ਹੋਏ ਖੁਦਾ ਦੇ ਜਦੋਂ ਤੁਸੀਂ ਨੌਕਰ ਬਣ ਕੇ ਉਹਦੇ ਰਾਹ ਤੇ ਤੁਰਦੇ ਤੁਸੀਂ ਬਹੁਤ ਹੀ ਵਧੀਆ, ਬਹੁਤ ਹੀ ਹੈਰਾਨ ਕਰਨ ਵਾਲੇ, ਕਾਮਯਾਬ ਕਰਨ ਵਾਲੇ ਜਿਹੜੇ ਤੁਸੀਂ ਸਕਸੈਸ ਮਤਲਬ ਨਤੀਜੇ ਉਹ ਤੁਸੀਂ ਪ੍ਰੋਡਿਊਸ ਕਰਦੇ ਆ ਜਿਹੜੇ ਕਿ ਨਜ਼ਰ ਆਉਂਦੇ ਲੋਕਾਂ ਨੂੰ। Whoever wants to defeat Satan must be very familiar with God's word, the Holy Bible. The centurion said to the Lord Jesus that just one word from his mouth would heal his servant, and so it happened. That word reached the centurion's servants performed miracle through his wonderful word. Great miracles are still happening. God's word stir up faith in our hearts so that we can resist the devil. That's why we know it well. We must know it well. ਹੈ ਕਿ ਸ਼ੈਤਾਨ ਜਿਹੜਾ ਉਹ ਜਾਣਦਾ ਆ ਬਾਈਬਲ ਨੂੰ ਸਾਡੇ ਨਾਲੋਂ ਵੀ ਵਧੀਆ। ਪਰ ਜਦੋਂ ਅਸੀਂ ਖੁਦਾ ਦੀ ਮਰਜ਼ੀ ਜਿਹੜੀ ਆ ਉਹ ਬਿਨਾਂ ਝੂਠ ਪਤਾਣ ਤੋਂ ਆਪਣੀ ਮਰਜ਼ੀ ਨੂੰ ਪਰੇ ਕਰਕੇ ਉਹਦੇ ਉੱਤੇ ਮਤਲਬ ਖੜੇ ਹੋ ਕੇ ਸਟੈਪ ਕਰਕੇ ਖੁਦਾ ਦੀ ਮਰਜ਼ੀ ਨੂੰ ਫੋਲੋ ਕਰਦੇ ਆ ਤੇ ਫਿਰ ਉੱਦਾਂ ਦੇ ਮਿਰੇਕਲ ਹੁੰਦੇ ਆ ਜਿੱਦਾਂ ਦੇ ਜਦੋਂ ਉਸ ਇੱਕ ਮਨਸਬਦਾਰ ਸੂਬੇਦਾਰ ਨੇ ਕਿਹਾ ਕਿ ਤੇਰਾ ਇੱਕ ਵਚਨ ਹੀ ਕਾਫੀ ਆ ਕਿ ਜਿਹੜਾ ਠੀਕ ਕਰ ਦੇਗਾ ਮੇਰੇ ਨੌਕਰ ਨੂੰ, ਤੇ ਉਸ ਵਚਨ ਨੇ ਕੀਤਾ ਠੀਕ, ਤੇ ਅੱਜ ਵੀ ਉਸ ਵਚਨ ਨੂੰ ਯੂਜ਼ ਕਰਦੇ ਆ। ਹਜ਼ਾਰਾਂ ਨਹੀਂ ਕਰੋੜਾਂ ਜਿਹੜੇ ਹੈਗੇ ਆ ਮਿਰੇਕਲਸ ਅਚੰਬੇ ਉਹ ਹਰ ਵੇਲੇ ਮੋਜ਼ਸ ਦੇ ਹੁੰਦੇ ਆ ਤੇ ਅਸੀਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਹੁਣ ਅਸੀਂ 6ਵਾਂ ਸਟੈਪ ਜਿਹੜਾ ਉਹ ਦੇਖਣ ਲੱਗੇ ਆ, ਅਵੋਇਡ ਦ ਬੈਡ ਕੰਪਨੀ। ਐਕਸਪੀਰੀਅੰਸ ਹੈਜ਼ ਟੋਟ ਅਸ ਦੈਟ one of the main step to freedom and salvation is to avoid ties with those who are not in the same faith. There is a saying that goes, a man is known by his friends he keeps. Indeed, we have a simple reason to consider that important step to a person's salvation and to include it in its list. 6ਵਾਂ ਜਿਹੜਾ ਕਦਮ ਆ ਸਾਡਾ ਉਹ ਕਹਿੰਦਾ ਹੈ ਕਿ ਤੁਸੀਂ ਭਾਈ ਬੁਰੀ ਜਿਹੜੀ ਕੰਪਨੀ ਆ ਉਹਦੇ ਤੋਂ ਪਰਹੇਜ਼ ਨਹੀਂ ਕਰੋ ਬਲਕਿ ਉਹਦੇ ਬਾਰੇ ਸੋਚੋ ਵੀ ਨਹੀਂ। ਕਹਿੰਦਾ ਹੈ ਕਿ ਇਨਸਾਨ ਜਿਹੜਾ ਆ ਉਹ ਸ਼ੁਰੂ ਤੋਂ ਹੀ ਜਿੱਦਾਂ ਦੇ ਦੋਸਤਾਂ ਦੇ ਨਾਲ ਉਹਦਾ ਰਿਲੈਕਸ ਹੋਣਾ ਆ, ਬੈਠਣਾ ਉੱਠਣਾ ਆ, ਉਹਨਾਂ ਤੋਂ ਹੀ ਜਾਣਿਆ ਜਾਂਦਾ ਆ। ਤੇ ਜਦੋਂ ਉਹ ਆਪਣੀ ਜਿਹੜੇ ਜਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਉਹ ਆਪਣਾ ਟਾਈਮ ਸਪੈਂਡ ਕਰਦਾ ਆ ਉਹਦੇ ਵਿੱਚ ਕੀ ਹੁੰਦਾ, ਉਹਦੀ ਤਾਕਤ ਖਰਚੀ ਨਹੀਂ ਹੁੰਦੀ ਬਲਕਿ ਉਹ ਆਪਣੇ ਆਪ ਨੂੰ ਉਸੇ ਜਗ੍ਹਾ ਤੇ ਲੈ ਜਾਂਦਾ ਜਿੱਥੇ ਈਵ ਨੇ ਜਦੋਂ ਸ਼ੈਤਾਨ ਦੀ ਗੱਲ ਸੁਣੀ, ਅੰਗੇਜ ਹੋਈ ਉਹਦੇ ਵਿੱਚ, ਤੇ ਕੀ ਹੋਇਆ, ਉਹਦੇ ਅੰਦਰ ਸ਼ੱਕ ਨੇ ਕੀ ਕੀਤਾ, ਉਹਦਾ ਜਿਹੜਾ ਸਾਰਾ
ਖੁਸ਼ੀ ਜਿਹੜਾ ਹਮੇਸ਼ਾ ਦੀ ਖੁਸ਼ਹਾਲ ਜ਼ਿੰਦਗੀ ਖਤਮ ਕਰਕੇ ਰੱਖ ਦਿੱਤੀ। ਸੋ ਤੁਸੀਂ ਜਿਹੜੀ ਬੁਰੀ ਕੰਪਨੀ ਤੁਸੀਂ ਜਿਹੋ ਜਿਹੀ ਕੀਪ ਕਰਦੇ ਆ, ਉਹ ਬਹੁਤ ਹੀ ਵੱਡਾ ਸਟੈਪ ਤੁਹਾਡੀ ਜ਼ਿੰਦਗੀ ਵਿੱਚ ਆ ਕਿ ਤੁਸੀਂ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੂੰ, ਇਹੋ ਜਿਹੇ ਦੋਸਤ ਮਿੱਤਰਾਂ ਨੂੰ ਤੁਸੀਂ ਨਹੀਂ ਰੱਖ ਸਕਦੇ ਜਿਹੜੇ ਤੁਹਾਡੇ ਵੀ ਤਿਲਕਣ ਦਾ ਬਾਇਸ ਬਣ ਕੇ ਤੁਹਾਡੀ ਵਰ੍ਹਿਆਂ ਦੀ ਕਮਾਈ ਹੋਈ ਜਿਹੜੀ ਪੂੰਜੀ ਆ ਉਹਨੂੰ ਇੱਕ ਪਲ ਦੇ ਵਿੱਚ ਜਿਹੜੀ ਡਿਸਟਰੋਏ ਕਰਨਾ ਚਾਹੁੰਦੇ ਆ। ਉਹ ਨਹੀਂ, ਬਲਕਿ ਸ਼ੈਤਾਨ ਉਹਨਾਂ ਦੇ ਰਾਹੀਂ, ਕਿਉਂਕਿ ਅਸੀਂ ਪਹਿਲੇ ਦੇਖਿਆ ਕਿ ਉਹ ਹਰ ਵਕਤ ਕੋਸ਼ਿਸ਼ਾਂ ਕਰਦਾ ਰਹਿੰਦਾ, ਥੋੜੀ ਜਿਹੀ ਵੀ ਜਿਹੜੀ ਆਪਾਂ ਝੀਤ ਇਸੇ ਤਰ੍ਹਾਂ ਇੱਦਾਂ ਹੀ ਭਾਲਦਾ ਰਹਿੰਦਾ ਕਿ ਉਹਦੇ ਥਰੂ ਜਾ ਸਕੇ। Many people start off in a very promising way in the church only to give up after a while because of bad friends. You should make friends with people of the same faith and avoid all cost gossip argument, in fact implied jeopardizing your salvation. ਫਿਰ ਦੁਬਾਰਾ ਉਹੀ ਗੱਲ ਦਾ ਇੱਕ ਵਾਰ ਦੁਬਾਰਾ ਕਿਹਾ ਗਿਆ ਕਿ ਤੁਸੀਂ ਉੱਦਾਂ ਦੇ ਫਰੈਂਡਸ ਦੇ ਨਾਲ ਹੀ ਚੱਲੋ ਜਿਹੜੇ ਤੁਹਾਡੇ ਤੋਂ ਵੀ ਜ਼ਿਆਦਾ ਉੱਤਮ ਜਿਹੜਾ ਅੱਗ ਜਿਹੜੀ ਖੁਦਾ ਦੀ ਉਹਦੇ ਵਿੱਚ ਭਰੇ ਹੋਇਆ, ਤੇ ਤੁਸੀਂ ਬਾਕੀ ਹਰ ਤਰ੍ਹਾਂ ਦੀਆਂ ਜਿਹੜੀਆਂ ਕਿਸੇ ਵੀ ਕੀਮਤ ਉੱਤੇ, ਮਤਲਬ ਭਾਵੇਂ ਕੋਈ ਕਿੰਨਾ ਵੀ ਮਹਿੰਗਾ ਸੋਨਾ ਚਾਂਦੀ ਹੀਰੇ ਜਵਾਹਰਤ ਕੁਛ ਵੀ ਪੈਸਾ ਗੌਸਿਪ ਚੁਗਲਿਆ ਜਾਂ ਆਰਗੂਮੈਂਟ, ਕੋਈ ਵੀ ਜਿਹੜੀ ਚੀਜ਼ ਤੁਹਾਡੇ ਰਾਹ ਦੇ ਵਿੱਚ ਆਉਂਦੀ ਹੈ, ਤੁਸੀਂ ਕਦੇ ਵੀ ਜਿਹੜੀ ਆਪਣੀ ਨਜਾਤ ਆ ਉਹਦੇ ਨਾਲ ਜੈਪੋਟਾਈਜ਼, ਮਤਲਬ ਉਹਦੇ ਨਾਲ ਤੁਸੀਂ ਕਿਸੇ ਚੀਜ਼ ਨੂੰ ਵੀ ਕੰਪੇਅਰ ਕਰਕੇ ਉਹਦਾ ਵਟਾਂਦਰਾ ਨਹੀਂ ਕਰ ਸਕਦੇ, ਕਿਉਂਕਿ ਤੁਹਾਨੂੰ ਸਮਝ ਨਹੀਂ ਹੋਣੀ ਚਾਹੀਦੀ ਹੈ। ਹੁਣ ਅਸੀਂ 7ਵਾਂ ਸਟੈਪ ਜਿਹੜਾ ਉਹ ਆ ਗਿਆ, ਬੀ ਬੈਪਟਾਈਜ਼ ਇਨ ਵਾਟਰ। ਉਦੋਂ ਬਾਅਦ ਕਹਿੰਦੇ ਕਿ ਤੁਹਾਡਾ ਪਾਣੀ ਦਾ ਬਪਤਿਸਮਾ ਹੋਇਆ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਇਹ ਵੀ ਦੇਖਣਾ ਕਿ ਅਸੀਂ ਕਿਹੜੇ ਪਾਣੀ ਦੇ ਬਪਤਿਸਮੇ ਦੀ ਗੱਲ ਕਰ ਰਹੇ, ਅਸੀਂ ਹੁਣ ਇਹ 'ਚ ਸਿੱਖਾਂਗੇ। ਦ ਬਲੈਸਿੰਗਸ ਆਫ ਗੋਡ ਆਰ ਪ੍ਰੋਮਿਸਡ ਟੂ ਦੋਜ਼ ਹੂ ਬਿਲੀਵ are and are baptized, something that must happen immediately after a person has accepted Lord Jesus Christ as his personal savior. Baptism is in water bring death to the work of flesh. It's the burying the old self and the birth of a new creator, clean and washed, ready to live new life. ਹੁਣ ਪਾਣੀ ਦਾ ਜਿਹੜਾ ਬਪਤਿਸਮ ਆ ਉਹ ਤੁਹਾਨੂੰ ਉਸ ਵੇਲੇ ਫੌਰਨ ਲੈ ਲੈਣਾ ਚਾਹੀਦਾ ਜਦੋਂ ਤੁਸੀਂ ਖੁਦਾਵੰਦ ਯਿਸੂ ਮਸੀਹ ਨੂੰ ਆਪਣਾ ਨਜਾਤ ਦੇਹਿੰਦਾ ਮੰਨ ਲਿਆ ਆ, ਤੇ ਫਿਰ ਜਿਹੜੀ ਤੁਹਾਡੀ ਪੁਰਾਣੀ ਆਦਤ ਆ, ਪੁਰਾਣਾ ਸੁਭਾਅ ਆ, ਪੁਰਾਣੀਆਂ ਤੁਹਾਡੀਆਂ ਲਾਈਕਿੰਗ ਡਿਸਲਾਈਕਿੰਗ ਆ, ਉਹਨਾਂ ਨੂੰ ਉਸ ਪਾਣੀ ਦੇ ਵਿੱਚ ਹੀ ਦਫਨ ਹੋ ਜਾਣਾ ਚਾਹੀਦਾ ਤਾਂ ਕਿ ਤੁਸੀਂ ਨਵੀਂ ਸਾਫ਼ ਸੁਥਰੀ ਤੇ ਖੁਸ਼ਹਾਲ ਜਿਹੜੀ ਜ਼ਿੰਦਗੀ ਧੋਤੀ ਸਵਾਰੀ ਉਹਦੇ ਵਿੱਚ ਕਦਮ ਰੱਖ ਸਕੋ। After accepting Jesus Christ our Savior, we must not allow bad habits or any other work of flesh to disturb our relationship with God. Foul moods, pride, selfishness, etc. are the work of flesh and must be left behind. How can we born again unless we first die? We cannot contain two natures inside ourselves, sinful and converted. To die with Christ means flesh cannot bear any more fruit. We have to live in obedience to the Holy Spirit as in newness of our life. ਖੁਦਾ ਯਿਸੂ ਮਸੀਹ ਨੂੰ ਜਦੋਂ ਤੁਸੀਂ ਐਕਸੈਪਟ ਕਰ ਲਿਆ, ਤੁਸੀਂ ਬੈਪਟਿਜ਼ਮ ਵੀ ਲੈ ਲਿਆ, ਹੁਣ ਤੁਸੀਂ ਜਿਹੜੀ ਤੁਹਾਡੀ ਆਤਮਾ ਆ ਉਹਨੂੰ, ਤੁਹਾਡਾ ਜਿਹੜਾ ਸਰੀਰ ਆ ਉਹਦੇ ਉੱਤੇ ਹੁਕਮ ਜਿਹੜਾ ਆਤਮਾ ਦਾ ਹੋਣਾ ਚਾਹੀਦਾ। ਪਰ ਤੁਸੀਂ ਜਿਹੜੀ ਸਰੀਰ ਦੀ ਆਦਤ ਆ, ਤੁਹਾਡਾ ਖਰਾਬ ਮੂਡ, ਤੁਹਾਡੇ ਵਿੱਚ ਹੰਕਾਰ ਦਾ ਆ ਜਾਣਾ, ਆਤਮਵਾਦ ਕੇ ਆਪਣੀ ਗੱਲ ਮਨਵਾਉਣਾ, ਮਤਲਬ ਤੁਹਾਨੂੰ ਸਿਰਫ ਆਪਣੇ ਬਾਰੇ ਹੀ ਸੋਚਣਾ, ਇਹ ਸਾਰੇ ਜਿਹੜੇ ਇਹ ਸਰੀਰ ਦੇ ਕੰਮ ਹੈਗੇ ਆ, ਰੂਹ ਦੇ ਕੰਮ ਨਹੀਂ। ਪਰ ਅਸੀਂ ਤੇ ਸਿੱਖ ਲਿਆ ਕਿ ਕਿੱਦਾਂ ਦੀ ਗੱਲ ਅਸੀਂ ਨਹੀਂ, ਕਿੱਦਾਂ ਦੇ ਸਪਿਰਿਟ ਦੇ ਵਿੱਚ ਅਸੀਂ ਨਹੀਂ ਚੱਲ ਸਕਦੇ, ਤੇ ਉਹਦਾ ਫਰਕ ਵੀ ਤੁਹਾਨੂੰ ਪਾਕਰੂ ਮਦਦ ਕਰ ਸਕਦੀ ਆ। ਤੇ ਤੁਸੀਂ ਦੋ ਰਾਹਾਂ ਦੇ ਨਾਲ ਨਹੀਂ ਤੁਰ ਸਕਦੇ, ਤੁਸੀਂ ਖੁਦਾ ਦੇ ਰਾਹ ਦੇ ਉੱਤੇ ਤੇ ਜਿਹੜਾ ਸ਼ੈਤਾਨ ਦਾ ਦਿੱਤਾ ਹੋਇਆ ਪਾਪ ਆ ਉਹਦੇ ਰਾਹ ਤੇ ਅਸੀਂ ਨਹੀਂ ਚੱਲ ਸਕਦੇ। ਤੇ ਸਾਨੂੰ ਪਾਕਰੂ ਦੀ ਜਿਹੜੀ ਦਿੱਤੀ ਹੋਈ ਨਵੀਂ ਲਾਈਫ ਆ ਉਹ ਜਿਉਣ ਲਈ ਪੁਰਾਣੀ ਲਾਈਫ ਦਾ ਮਰਨਾ ਹੀ ਮਰਨਾ ਆ, ਕਿਉਂਕਿ ਖੁਦਾਵੰਦ ਯਿਸੂ ਸੀ ਸਾਡੇ ਲਈ ਉਹ ਮਰਿਆ ਸਲੀਬ ਦੇ ਉੱਤੇ। ਇਸ ਕਰਕੇ ਸਾਡੀ ਵੀ ਪੁਰਾਣੀ ਆਦਤ ਆ ਸਲੀਬ ਦੇ ਉੱਤੇ ਉਹਦੇ ਨਾਲ ਸੂਲੀ ਚੜ੍ਹਨਾ ਹੀ ਚੜ੍ਹਨਾ ਹੈ। ਐਂਡ ਫਿਰ ਤੁਸੀਂ ਉਹਦੀ ਜਿਹੜੀ ਸੁੱਖ ਸ਼ਾਂਤੀ ਆਰਾਮ ਖੁਸ਼ੀ ਤੇ ਉਹ ਆਪ ਹੋਲੀ ਸਪਿਰਿਟ ਰਾਹੀਂ ਪਾਕ ਰਾਹੀਂ ਲੈ ਕੇ ਨਵੀਂ ਜ਼ਿੰਦਗੀ ਵਿੱਚ ਦਾਖਲ ਹੋ ਸਕਦੇ ਹੋ। ਹੁਣ ਅਸੀਂ 8ਵਾਂ ਸਟੈਪ ਜਿਹੜਾ ਦੇਖਣ ਲੱਗੇ ਹਾਂ, ਅਟੈਂਡ ਦ ਮੀਟਿੰਗ ਫॉर ਮੈਂਬਰਸ। Without a doubt, every new converts need to proper guidance to stay on the path of true Christianity. Church meeting where members come and together worship to the Lord and hear His word are like cool water for a thirsty Christian. We need to feed our faith with the word of truth, which is our weapon against the trap of Satan. ਹੁਣ 8ਵਾਂ ਜਿਹੜਾ ਕਦਮ ਹੈ ਉਹ ਹੈਗਾ ਕਿ ਸਾਨੂੰ ਜਿਹੜੀ ਗਾਈਡੈਂਸ ਆ, ਭਾਵ ਉਹ ਡਾਇਰੈਕਸ਼ਨ ਆ, ਉਹ ਸਾਨੂੰ ਕਲਾਮ ਤੋਂ ਲੱਭਣੀ ਆ। ਤੇ ਕਲਾਮ ਅਸੀਂ
ਆਪਣੇ ਵਰਗੇ ਲੋਕਾਂ ਨੂੰ ਲੱਭਣਾ। ਆਪਣੇ ਵਰਗੇ ਲੋਕੀ ਸਾਨੂੰ ਸਾਡੇ ਜਿਹੜੇ ਖੁਦਾ ਦੇ ਸਹੀ ਚਰਚ ਵਿੱਚ ਲੱਭਣਗੇ, ਜਿੱਥੇ ਖੁਦਾ ਦਾ ਨਾਂ, ਖੁਦਾ ਯਿਸੂ ਮਸੀਹ ਨੂੰ ਨਜਾਤ ਦੇਹਿੰਦਾ ਮੰਨਿਆ ਜਾਂਦਾ ਹੈ, ਉੱਥੇ ਸੱਚਾ ਉਹਦੇ ਲਈ ਹੀ ਵਰਸ਼ਿਪ ਹੁੰਦੀ ਆ, ਉਹਨੂੰ ਹੀ ਪੂਜਿਆ ਜਾਂਦਾ ਆ। ਉੱਥੇ ਤੁਹਾਨੂੰ ਉਹ ਸਾਡੇ ਤਿਹਾਈ ਜਿਹੜੀ ਜਾਨ ਆ ਉਹਦੇ ਲਈ ਪਾਣੀ ਦਾ ਕੰਮ ਕਰਦਾ ਆ ਤੇ ਸੱਚਾਈ ਦਾ ਕੰਮ ਕਰਦਾ ਹੈ। ਤੇ ਸਾਨੂੰ ਇੱਕ ਵੈਪਨ ਹੈ, ਭਾਵੇਂ ਇੱਕ ਹਥਿਆਰ ਬਣ ਕੇ ਸ਼ੈਤਾਨ ਦੇ ਜਿਹੜੇ ਸਾਰੇ ਚਾਲ ਹੈ ਉਹਦੇ ਅਗੇਂਸਟ ਖੜਾ ਹੁੰਦਾ ਆ। ਤੇ ਸਾਨੂੰ ਫੈਲੋਸ਼ਿਪ ਬਹੁਤ ਜ਼ਰੂਰੀ ਆ, ਉਹ ਵੀ ਉਹਨਾਂ ਲੋਕਾਂ ਦੀ ਜਿਹੜੇ ਖੁਦਾ ਦੀ ਹਜ਼ੂਰੀ ਦੇ ਵਿੱਚ ਹਰ ਵਕਤ ਆਪਣੇ ਆਪ ਨੂੰ ਉਹਦੀ ਸੜਕ ਦੇ ਉੱਤੇ, ਦਿੱਤੀ ਹੋਈ ਸੜਕ ਦੇ ਉੱਤੇ ਦੌੜਦੇ ਹੋਏ ਉਹਦੇ ਸੂਰਮੇ, ਉਹਦੇ ਸਿਪਾਹੀ ਆ। ਹੁਣ ਅਸੀਂ ਨਵਾਂ ਕਰਮ ਦੇਖਣ ਲੱਗੇ, ਬੀ ਫੇਥਫੁਲ ਇਨ ਟ੍ਰਾਈਸ ਐਂਡ ਰਿਚਸ। ਹੁਣ ਅਸੀਂ ਬੜਾ ਜਿਹੜਾ ਸਾਰਿਆਂ ਨੂੰ ਇੰਪੋਰਟੈਂਟ ਚੀਜ਼ ਆ ਜਿਹੜੀ ਸਿੱਖਣੀ ਚਾਹੀਦੀ ਹੈ। ਮਲਾਕੀ 3 ਤੇ 10ਵੀਂ ਆਇਤ ਜਿਹੜੀ ਸਾਰਿਆਂ ਨੂੰ ਪੜ੍ਹਨੀ ਚਾਹੀਦੀ। ਮਲਾਕੀ ਜਿਹੜਾ ਪੁਰਾਣੇ ਅਹਿਦਨਾਮੇ ਦੀ ਸਭ ਤੋਂ ਆਖਰੀ ਕਿਤਾਬ ਆ, ਜਿਹਦਾ ਸਾਨੂੰ ਪੜ੍ਹਨਾ ਕਾਫੀ ਜ਼ਰੂਰੀ ਹੈਗਾ, ਕਿਉਂਕਿ ਬਾਈਬਲ ਨੇ ਇੱਥੇ ਉਹਦੇ ਵਿੱਚ ਕਾਫੀ ਸਾਨੂੰ ਕਲਾਮ ਦੇ ਵਿੱਚੋਂ ਸਿੱਖਣ ਨੂੰ ਮਿਲਦਾ ਕਿ ਬੀ ਫੇਥਫੁਲ। ਅਸੀਂ ਦੇਖਿਆ ਕਿ ਆਪਣੀਆਂ ਜਿਹੜੀਆਂ ਤੁਸੀਂ 10ਵਾਂ ਹਿੱਸਾ ਤੇ ਆਪਣੀ ਜਿਹੜੀ ਆਫਰਿੰਗ ਉਹਨਾਂ ਦੇ ਵਿੱਚ ਵੀ ਤੁਸੀਂ ਫੇਥਫੁਲ ਹੋਣਾ। ਇੱਥੇ ਜਿਹੜਾ 10ਵਾਂ ਹਿੱਸਾ ਨੋਰਮਲੀ ਲੋਕੀ ਸੋਚਦੇ ਕਿ ਪਤਾ ਨਹੀਂ ਚਰਚਾਂ ਵਾਲੇ ਆਪਣੀਆਂ ਖਰਚਿਆਂ ਵਾਸਤੇ ਸਾਨੂੰ ਕਹਿ ਰਿਹਾ ਕਿ ਤੁਸੀਂ 10ਵਾਂ ਹਿੱਸਾ ਦਿਓ, ਪਰ ਇੱਥੇ ਖਰਚਿਆਂ ਵਾਸਤੇ ਨਹੀਂ, ਤਾਂ ਕਿ ਤੁਹਾਨੂੰ ਬਲੈਸਿੰਗ ਮਿਲ ਸਕੇ, ਕਿਉਂਕਿ ਤੁਸੀਂ ਪਵਿੱਤਰ ਹੋ ਸਕੋ। ਤੁਹਾਡੀ ਤਨਖਾਹ ਜਿਹੜੀ ਆ ਉਹ ਜੇ ਤੁਹਾਨੂੰ ਮਿਲਦੀ ਆ 1000 ਤੇ ਬਾਕੀ ਜਿਹੜਾ 900 ਆ ਉਹਨੂੰ ਸ਼ੈਤਾਨ ਨਾਲ ਤੁਹਾਡੇ ਕੋਲ ਝਮੁੱਟ ਮਾਰ ਕੇ ਲੈ ਕੇ ਜਾ ਕੇ ਤੁਹਾਡੇ ਖਰਚਿਆਂ ਉੱਤੇ, ਬਿਮਾਰੀਆਂ ਉੱਤੇ, ਤੁਹਾਡੇ ਜਿਹੜੇ ਫਾਈਨ ਆ ਉਹਨਾਂ ਉੱਤੇ ਤੇ ਤੁਹਾਡੇ ਹੋਰ ਕਿਸੇ ਵੀ ਤਰ੍ਹਾਂ ਦੀਆਂ ਉਹਦੀ ਜਿਹੜੀ ਚਾਲਾਂ ਉਹਨਾਂ ਉੱਤੇ ਖਰਚ ਕਰਵਾ ਸਕੇ। ਤੁਸੀਂ ਜਦੋਂ 10ਵਾਂ ਹਿੱਸਾ ਖੁਦਾ ਦੀ ਜ਼ਰੂਰਤ ਵਿੱਚ ਲੈ ਕੇ ਚਲੇ ਜਾਂਦੇ ਹੋ ਤੇ ਫਿਰ ਖੁਦਾ ਖੁਦ ਹੀ ਕੀ ਕਰਦਾ, ਉਹ ਤੁਹਾਨੂੰ ਜਿਹੜੇ ਬਾਕੀ ਸਾਰੇ ਆ ਉਹਨੂੰ ਪ੍ਰੋਟੈਕਟ ਕਰਦਾ। ਐੜੇ ਦੇ ਬਾਰੇ 'ਚ ਤੁਸੀਂ ਪੜ੍ਹਦੇ ਆ ਮਲਾਕੀ 10ਵੇਂ ਚੈਪਟਰ ਦੇ ਵਿੱਚ, ਤਾਂ ਉਹਨੇ ਕਿਹਾ ਆ ਕਿ ਮੇਰੇ ਘਰ ਦੇ ਵਿੱਚ ਲੈ ਕੇ ਆ ਤਾਂ ਕਿ ਮੈਂ ਤੈਨੂੰ ਇੰਨਾ ਦੇਵਾਂ ਕਿ ਤੇਰੇ ਕੋਲ ਰੱਖਣ ਨੂੰ ਥਾਂ ਨਾ ਹੋਵੇ, ਤਾਂ ਕਿ ਮੈਂ ਤੇਰੇ ਘਰ ਆਈ ਜਿਹੜੀ ਟਿੱਡੀ ਨੂੰ ਝਿੜਕਾਂ ਕਿ ਤੇਰੀ ਫਸਲ ਨੂੰ ਖਰਾਬ ਨਾ ਕਰੇ, ਤੇ ਤੇਰੇ ਘਰ ਦੇ ਵਿੱਚ ਹਰ ਤਰ੍ਹਾਂ ਦੀ ਜਿਹੜੀ ਆ ਖੁਸ਼ਹਾਲੀ ਹੋਵੇ। ਤੇ ਉਹਨੇ ਕਿਹਾ ਕਿ ਖੁਦਾ ਦੇ ਘਰ ਦੇ ਵਿੱਚ ਵੀ ਉਹ ਸਾਰਾ ਕੁਝ ਹੋਵੇ, ਜਦੋਂ ਕਿ ਲੋਕੀ ਭੁੱਖੇ ਤੇ ਰਹਾਏ ਜਿਹੜੇ ਮਤਲਬ ਰੂਹ ਦੇ ਵਿੱਚ ਤ੍ਰਿਪਤ ਹੋਣ ਲਈ ਆਉਣ, ਤੇ ਉਹਨਾਂ ਲਈ ਖੁਦਾ ਦੇ ਖਾਦਮਾਂ ਦੇ ਕੋਲੇ ਵੀ ਤੇਰਾ ਦਿੱਤਾ ਹੋਇਆ ਜਿਹੜਾ ਕਿ ਖੁਦਾ ਨੇ ਉਹਨਾਂ ਨੂੰ ਦਿੱਤਾ, ਉਹ ਉਹਨਾਂ ਨੂੰ ਪ੍ਰੋਵਾਈਡ ਕਰਨ ਲਈ ਹੋਵੇ। if you are faithful to God, the creator of all things, he will certainly be faithful to us, never allow us to lack anything, nor will he allow devoting spirits to attack us। ਜਦੋਂ ਤੁਸੀਂ ਉਹਦੇ ਰਾਹੀਂ ਜਿਹੜੀ ਕਿ 10ਵਾਂ ਅਸੀਂ ਸਮਝਾਇਆ ਤੀਸਰੇ ਮਲਾਕੀ 3 ਦੇ 10ਵੇਂ ਹਿੱਸੇ 'ਚ, ਜੋ ਤੁਸੀਂ ਖੁਦਾ ਦੇ ਨਾਲ ਇਮਾਨਦਾਰ ਹੋ ਗਏ ਆ, ਉਹਦੇ ਨਾਲ ਤੁਸੀਂ ਪੂਰੇ ਉੱਤਰ ਪਏ ਆ, ਤੇ ਉਹ ਕਦੀ ਵੀ ਅਲਾਉ ਨਹੀਂ ਕਰੂਗਾ ਕਿ ਸ਼ੈਤਾਨ ਆਪਣੀ ਕਿਸੇ ਵੀ ਜਿਹੜੀ ਮਤਲਬ ਹਲਾਕਤ ਵਾਲੀ ਜਿਹੜੀ ਉਹਦੇ ਹੈਗੇ ਆ ਡੀਮਨਸ, ਉਹਦੇ ਜਿਹੜੇ ਹਲਾਕਤ ਵਾਲੀ ਐਨਰਜੀਜ਼ ਆ ਬੈਡ, ਉਹਨਾਂ ਨੂੰ ਤੁਹਾਡੇ ਤੇ ਅਟੈਕ ਕਰਨ ਦੇ ਸਕੇ। God is glorified in this first fruit of in our income. Beside 90% of your salary with God is worth more than 10% in your salary without God's protection. What a person give tithe offering, it means that he truly loves God's work and concerning about keeping it going। ਅਸੀਂ ਮਲਾਕੀ ਜਿਹੜਾ ਤੀਸਰਾ ਹੈ ਉਹਦੀ 10ਵੀਂ ਤੇ 11ਵੀਂ ਆਇਤ ਨੂੰ ਤੁਸੀਂ ਜ਼ਰੂਰ ਪੜ੍ਹੋ, ਕਿਉਂਕਿ ਤੁਹਾਨੂੰ ਇਹਦੇ ਵਿੱਚੋਂ ਮਿਲੇਗਾ ਕਿ ਉੱਥੇ ਉਹਨੇ ਕਿਹਾ ਕਿ bring all the tithes into the storehouse, you may have food in my house, try me now and say the Lord of hosts, I will open the windows of heaven and pour out the blessing। ਉਹੀ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਮੇਰੇ ਘਰ ਦੇ ਵਿੱਚ ਅਗਰ 10ਵਾਂ ਹਿੱਸਾ ਲੈ ਕੇ ਆਓਗੇ ਤੇ ਦੇਖਣਾ ਮੈਂ ਦਰਵਾਜ਼ੇ ਤੁਹਾਡੀ ਛੱਤ ਪਾੜ ਕੇ ਵਰਾਂਦਾ ਆ ਤੁਹਾਡੇ ਲਈ ਬਲੈਸਿੰਗ ਬਖਸ਼ਿਸ਼ ਕਿ ਨਹੀਂ। ਕਿ ਉਹਨੇ ਕਿਹਾ ਕਿ ਕਦੀ ਵੀ ਜਿਹੜੇ ਤੁਹਾਡੇ ਬੋਰੀਆਂ ਉਹ ਖਾਲੀ ਨਹੀਂ ਹੋਣਗੇ, ਤੇ ਕਦੀ ਵੀ ਤੁਹਾਡੇ ਜਿਹੜੇ ਫਲ ਆ ਉਹਨਾਂ ਨੂੰ ਟਿੱਡੀ ਨਹੀਂ ਖਰਾਬ ਕਰ ਸਕੇਗੀ, ਕਿਉਂਕਿ ਮੈਂ ਜਿਹੜਾ ਖੁਦਾਵਾਂ ਦਾ ਖੁਦਾ ਆ, ਇਹ ਤੁਹਾਨੂੰ ਕਹਿਣਾ ਹੈ ਕਿ ਮੈਂ ਤੁਹਾਡੇ ਉੱਤੇ ਤੁਹਾਨੂੰ ਇਹ ਦੱਸਾਂਗਾ। ਹੁਣ 10ਵਾਂ ਸਟੈਪ ਅਸੀਂ ਦੇਖਣਾ, watch and pray without ceasing। You may think this is too difficult, but it's vital to complete your deliverance। And to pray without ceasing is to live a continual spirit of prayer, to permanently in touch with God. How often do you find yourself talking to someone at the same time asking God in spirit for the solution of their problems? ਇੱਥੇ 10ਵਾਂ ਸਟੈਪ ਹੈ ਕਿ ਤੁਸੀਂ ਲਗਾਤਾਰ ਖੁਦਾ ਦੇ ਨਾਲ ਗੱਲ ਕਰਦੇ ਰਹਿਣਾ।
ਲਗਾਤਾਰ ਦਾ ਮਤਲਬ ਲਗਾਤਾਰ ਤੁਸੀਂ ਕਦੀ ਵੀ ਨਹੀਂ ਰੁਕਣਾ। ਕੋਈ ਵੀ ਕੰਮ ਕਰਨਾ ਤੁਸੀਂ ਸਭ ਤੋਂ ਪਹਿਲਾਂ ਉਹਨੂੰ ਪੁੱਛਣਾ। ਤੁਸੀਂ ਕਿਸੇ ਕੰਮ ਤੇ ਜਾਣਾ ਉਹਨੂੰ ਪੁੱਛਣਾ, ਤੁਸੀਂ ਕਿਸੇ ਨੂੰ ਬੁਲਾਉਣਾ ਉਹਨੂੰ ਪੁੱਛਣਾ, ਕਿਸੇ ਦੇ ਨਾਲ ਅੰਗੇਜ ਹੋਣਾ, ਕਿਸੇ ਦੋਸਤਾਂ ਮਿੱਤਰਾਂ ਨਾਲ ਆਪਣਾ ਰਿਸ਼ਤਾ ਵਧਾਉਣਾ ਉਹਨੂੰ ਪੁੱਛਣਾ। ਕਿਉਂਕਿ ਜਿਹੜਾ 10ਵਾਂ ਸਟੈਪ ਹੈ ਕਿ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਹਰ ਵੇਲੇ ਰੂਹ ਦੇ ਵਿੱਚ ਉਹਦੇ ਨਾਲ ਜੁੜੇ ਰਹਿਣਾ, ਕਦੇ ਵੀ ਉਹਨੂੰ ਨਹੀਂ ਖਾਲੀ, ਆਪਣੇ ਆਪ ਨੂੰ ਆਪਣੇ ਮਨ ਨੂੰ ਖਾਲੀ ਕਰਨਾ, ਤਾਂ ਕਿ ਕਦੇ ਵੀ ਸ਼ੈਤਾਨ ਨੂੰ ਮੌਕਾ ਨਾ ਮਿਲ ਸਕੇ ਕਿ ਉਹ ਤੁਹਾਡੇ ਤੋਂ ਦੂਰ ਹੋ ਗਏ। ਇਹਦਾ ਮਤਲਬ ਸਡਨਲੀ ਇਹ ਨਹੀਂ ਕਿ ਤੁਸੀਂ ਰੋਟੀ ਨਹੀਂ ਖਾਣੀ, ਪਾਣੀ ਨਹੀਂ ਪੀਣਾ, ਚਾਹ ਨਹੀਂ ਪੀਣੀ, ਜਾਂ ਪਰ ਤੁਸੀਂ ਹਰ ਵੇਲੇ ਖੁਦਾ ਦੇ ਨਾਲ ਜੁੜੇ ਰਹਿਣਾ। ਭਾਵ ਤੁਸੀਂ ਹਰ ਵੇਲੇ ਰੂਹ ਦੇ ਵਿੱਚ ਉਹਦੇ ਨਾਲ ਭਰੇ ਰਹਿਣਾ, ਤਾਂ ਕਿ ਉਹ ਤੁਹਾਨੂੰ ਹਰ ਵੇਲੇ ਹੀ ਬਚਾ ਸਕੇ। ਜੇ ਤੁਸੀਂ ਉਹਦੇ ਨਾਲ ਨਹੀਂ ਹੋਵੋਗੇ ਤੇ ਫਿਰ ਓਬਵੀਅਸਲੀ ਖੁਦਾ ਤੁਹਾਡੇ ਨਾਲ ਨਹੀਂ ਹੋਏਗਾ। The Bible alarms us, affirms that the devil's continually prowling around, roaring like a lion, hoping of catching those who are spiritually asleep. When we are watching and praying, and not does the devil keep his distance. So he also made new bow down to our prayers. No demon can stand the power of God in the lives of those who constantly pray and keep watch in the presence of God. ਹੁਣ ਇਹਦੇ ਲਈ ਸਾਨੂੰ ਕਿਉਂ ਕਿਹਾ ਗਿਆ? ਖੁਦਾ ਕਹਿੰਦਾ ਕਿ ਭਾਈ ਸ਼ੈਤਾਨ ਬੁੱਕਦੇ ਹੋਏ ਸ਼ੇਰ ਵਾਂਗੂ ਦਹਾੜਦਾ ਹੋਇਆ ਫਿਰ ਰਿਹਾ ਆ ਕਿ ਉਹ ਤੁਹਾਨੂੰ ਸਾਰਿਆਂ ਨੂੰ ਉੱਥੇ ਲੈ ਕੇ ਚਲੇ ਜਾਵੇ ਜਿਹੜੀ ਜਗ੍ਹਾ ਉਹਦੇ ਲਈ ਬਣਾਈ ਗਈ ਆ। ਤੇ ਜੇ ਤੁਸੀਂ ਕਿਸੇ ਵੇਲੇ ਵੀ ਸਪਿਰਿਚੁਅਲ ਸਲੀਪ ਦੇ ਵਿੱਚ ਸੋ ਗਏ, ਤੁਸੀਂ ਨਾ ਧਿਆਨ ਰੱਖਿਆ, ਤੇ ਫਿਰ ਉਹ ਤੁਹਾਨੂੰ ਲੈ ਜਾਏਗਾ ਸੁੱਤਿਆਂ ਪਿਆਂ ਨੂੰ ਹੀ। ਐਂਡ ਮੈਂ ਤੁਹਾਨੂੰ ਉਹਦੇ ਹੱਥਾਂ ਦੇ ਵਿੱਚੋਂ ਫੇਰ ਹੀ ਕੱਢ ਸਕਦਾ ਜੇ ਤੁਸੀਂ ਵੀ ਮੇਰੇ ਲਈ ਜਾਗਦੇ ਹੋਵੋਗੇ। ਤੇ ਮੈਂ ਤੁਹਾਨੂੰ ਉਹਦੇ ਕੋਲੇ ਵੀ ਨਹੀਂ ਆਉਣ ਦਊਂਗਾ, ਉਹਨੂੰ ਤੁਹਾਡੇ ਕੋਲੇ ਨਹੀਂ ਆਉਣ ਦਊਂਗਾ, ਪਰ ਉਹਦੇ ਲਈ ਤੁਹਾਨੂੰ ਇੱਕੋ ਹੀ ਪ੍ਰਾਈਜ਼ ਦੇਣੀ ਆ ਕਿ ਹਰ ਵੇਲੇ ਮੇਰੇ ਵਿੱਚ ਜਾਗਦੇ ਰਹਿਣਾ, ਮੇਰੇ ਵਿੱਚ ਮੇਰੀ ਮਰਜ਼ੀ ਨੂੰ ਦੇਖਦੇ ਰਹਿਣਾ ਤੁਹਾਡੇ ਲਈ ਬਹੁਤ ਜ਼ਰੂਰੀ ਆ। ਮੈਂ ਆਸ ਕਰਦੀ ਹਾਂ ਕਿ ਇਹ ਜਿਹੜਾ ਤੁਹਾਡੇ ਲਈ ਮੈਂ 10 ਜਿਹੜੇ ਸਟੈਪ ਆ ਨਜਾਤ ਸਾਡੇ ਲਈ ਜ਼ਰੂਰੀ ਅੱਜ ਅਸੀਂ ਤੁਹਾਨੂੰ ਸਾਂਝੇ ਕੀਤੇ ਆ, ਤੁਸੀਂ ਇਹਨਾਂ ਦੇ ਵਿੱਚੋਂ ਜਿਹੜਾ ਨਾ ਤੁਹਾਨੂੰ ਇਹਨਾਂ ਵਿੱਚੋਂ ਬਹੁਤ ਬਰਕਤ ਮਿਲੇਗੀ। ਤੁਸੀਂ ਖੁਦਾ ਦੇ ਫੋਲੋਇੰਗ ਜੀਸਸ ਕ੍ਰਾਈਸਟ ਦੇ ਸਟੈਪਸ ਦੇ ਉੱਤੇ, ਵੋਕਿੰਗ ਵਿਦ ਜੀਸਸ, ਇਹਦੇ ਉੱਤੇ ਤੁਸੀਂ ਮਤਲਬ ਖੁਦਾ ਦੇ ਨਾਲ ਨਾਲ ਚੱਲਣਾ, ਉਹਦੇ ਉੱਤੇ ਤੁਸੀਂ ਚੱਲ ਸਕੋਗੇ। ਐਂਡ ਆਈ really bless you with the authority of Lord Jesus Christ. The name of Lord Jesus Christ. Be blessed and stay blessed. Amen. Amen and amen.